है ਆਪਾਂ ਇਹਨਾਂ ਨਾਲ ਜ਼ਰੂਰ ਗੱਲ ਕਰਨੀ ਚਾਹਾਂਗੇ ਕਿਉਂਕਿ ਸਿਆਣੇ ਬੰਦੇ ਗੱਲ ਕਰਦੇ ਆ ਨੌਜਵਾਨਾਂ ਦੇ ਨਾਲ ਗੱਲ ਕਰਨੀ ਬੜੀ ਜ਼ਰੂਰੀ ਹੈ। ਹਾਂਜੀ, ਕੀ ਕਹਿਣਾ ਚਾਹੁੰਦੇ ਹੋ ਜੀ? ਛੱਡ ਦਿਓ। ਪਹਿਲਾਂ ਤਾਂ ਸਮੂਹ ਸਾਧ ਸੰਗਤ ਜੋ ਤੁਹਾਡੇ ਮਾਧਿਅਮ ਰਾਹੀਂ ਦੇਖ ਰਹੇ ਨੇ, ਫਤਿਹ ਕਬੂਲ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਦੇਖੋ ਜੀ, ਮੈਂ ਅੱਜ ਦਾ ਨੌਜਵਾਨ ਆ, ਮੈਂ ਕਿਸੇ ਜਥੇਬੰਦੀ ਦੇ ਨਾਲ ਸੰਬੰਧ ਨਹੀਂ ਰੱਖਦਾ ਤੇ ਗੱਲ ਹੈ ਕਿ ਮੌਜੂਦਾ ਜੋ ਹਾਲਾਤ ਚੱਲ ਰਹੇ ਨੇ, ਆਪਣੇ ਲੋਕ ਇੱਥੇ ਇਕੱਠੇ ਹੋਏ ਨੇ, ਬੜੀ ਖੁਸ਼ੀ ਦੀ ਗੱਲ ਆ, ਦੇਖਣ ਨੂੰ ਮਿਲਦੀ ਹੈ। ਪਰ ਦੋ ਕੁ ਗੱਲਾਂ ਨੇ ਜਿਹੜੀਆਂ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਂਝੀਆਂ ਕਰਨਾ ਚਾਹੁੰਦਾ। ਡੈਮੋਕ੍ਰੇਸੀ ਦਾ ਸਭ ਤੋਂ ਬੜਾ ਘਾਣ ਹੋ ਰਿਹਾ ਆਪਣੀ ਦੇਸ਼ ਦੇ ਵਿੱਚ ਤੇ ਇਹ ਗੱਲ ਆਪਾਂ ਨੂੰ ਸਮਝਣੀ ਪੈਣੀ ਹੈ ਤੇ ਆਪਾਂ ਨੂੰ ਸਮਾਰਟ ਹੋਣਾ ਪੈਣਾ। ਗੱਲ ਕੀ ਹੈ, ਇਹ ਲੋਕ ਜਿਹੜੇ ਬੈਠੇ ਨੇ ਕਾਰਪੋਰੇਟ ਘਰਾਣੇ ਨੂੰ ਆਪਣੇ ਸਿਰ ਤੇ ਲਿਆ ਕੇ ਬਿਠਾਉਣਾ ਚਾਹੁੰਦੇ ਨੇ। ਇਹ ਕੁਝ ਵੀ ਕਰ ਸਕਦੇ ਨੇ ਆਪਣੇ ਇਸ ਪ੍ਰੋਟੈਸਟ ਨੂੰ ਭੰਗ ਕਰਨ ਦੇ ਲਈ। ਇਸ ਲਈ ਮੇਰੀ ਨੌਜਵਾਨ ਵੀਰਾਂ ਨੂੰ, ਬਜ਼ੁਰਗਾਂ ਨੂੰ, ਵੈਸੇ ਤਾਂ ਸਾਰੇ ਸਮਝਦਾਰ ਨੇ ਬਹੁਤ, ਪਰ ਮੇਰੀ ਅਪੀਲ ਹੈ, ਦਰਖਾਸਤ ਆ, ਬੇਨਤੀ ਆ ਉਹਨਾਂ ਅੱਗੇ ਵੀ ਕੋਈ ਵੀ ਇਹੋ ਜਿਹੀ ਗੱਲ ਨਾ ਹੋਵੇ ਜਿਹਦੇ ਨਾਲ ਇਹ ਆਪਣਾ ਜੋ ਪ੍ਰੋਟੈਸਟ ਸ਼ਾਂਤਮਈ ਪੀਸਫੁਲ ਆਪਾਂ ਕਰ ਰਹੇ ਹਾਂ ਵੀ ਇਹਦਾ ਸੀਨ ਚੇਂਜ ਹੋ ਜਾਵੇ। ਜੀ ਜ਼ਰੂਰ, ਕਿਉਂਕਿ ਸਰਕਾਰਾਂ ਕਿਸੇ ਹੱਦ ਤੱਕ ਜਾ ਸਕਦੀਆਂ ਨੇ, ਉਹ ਕੁਝ ਵੀ ਕਰ ਸਕਦੀਆਂ ਨੇ, ਇਸ ਚੀਜ਼ ਨੂੰ ਬਿਲਕੁਲ ਇੱਕ ਗਲਤ ਰੂਪ ਧਾਰਨ ਕਰਾ ਦੇਣ ਇਸ ਚੀਜ਼ ਦਾ। ਮੈਨੂੰ ਲੱਗਦਾ ਨੌਜਵਾਨ ਨੇ ਬੜੇ ਹੀ ਵਧੀਆ ਤਰੀਕੇ ਦੇ ਨਾਲ, ਬੜੇ ਹੀ ਗੰਭੀਰ ਹੋ ਕੇ ਇਹ ਗੱਲ ਆਖੀ ਹੈਗੀ ਆ। ਆਪਣਾ ਨਾਮ ਵੀ ਦੱਸ ਦਿਓ ਤੇ ਕਿਹੜੀ ਜਗ੍ਹਾ ਤੋਂ ਆਏ ਆ ਜੀ, ਇਹ ਵੀ ਦੱਸ ਦਿਓ। ਮੇਰਾ ਨਾਮ ਚਰਨ ਕਮਲ ਸਿੰਘ ਮਾਨ ਹੈ ਜੀ, ਮੈਂ ਲੁਧਿਆਣਾ ਜ਼ਿਲ੍ਹਾ ਤੋਂ ਬਿਲੋਂਗ ਕਰਦਾ ਤੇ ਕੁਹਾੜਾ ਦੇ ਨਾਲ ਮੇਰਾ ਇੱਕ ਛੋਟਾ ਜਿਹਾ ਪਿੰਡ ਹੈ। ਮੈਂ ਕਈ ਦਿਨਾਂ ਤੋਂ ਇੱਥੋਂ ਆਬਜ਼ਰਵ ਕਰ ਰਿਹਾ ਸੀ ਨਾ ਵੀ ਜਦੋਂ ਆਪਾਂ ਆਲੇ ਦਾਲੇ ਦੇਖਦੇ ਆ, ਕਈ ਨੌਜਵਾਨ ਨੇ, ਚਲੋ ਜੋਸ਼ ਤਾਂ ਆਪਣੇ 'ਚ ਬਹੁਤ ਹੈ, ਜੋਸ਼ ਦੀ ਆਪਣੇ 'ਚ ਕੋਈ ਕਮੀ ਨਹੀਂ ਹੈਗੀ, ਪਰ ਜੋਸ਼ ਦੇ ਨਾਲ ਨਾਲ ਹੋਸ਼ ਬਹੁਤ ਜ਼ਰੂਰੀ ਹੈ। ਜੇ ਆਪਾਂ ਹੋਸ਼ ਗਵਾਤਾ ਨਾ ਤਾਂ ਕਿਤੇ ਨਾ ਕਿਤੇ ਉਹ ਚੀਜ਼ਾਂ ਆਪਾਂ ਨੂੰ ਪਿੱਛੇ ਨੂੰ ਖਿੱਚ ਰਹੀਆਂ ਨੇ। ਇਸ ਲਈ ਮੇਰੀ ਸਾਰੇ ਨੌਜਵਾਨਾਂ ਨੂੰ, ਬਜ਼ੁਰਗਾਂ ਨੂੰ, ਮੇਰੀਆਂ ਮਾਤਾਵਾਂ ਨੂੰ, ਮੇਰੀਆਂ ਭੈਣਾਂ ਨੂੰ, ਜੇ ਤੁਸੀਂ ਕੋਈ ਇਹੋ ਜਿਹੀ ਚੀਜ਼ ਦੇਖਦੇ ਹੋ ਜਿਹੜੀ ਤੁਹਾਨੂੰ ਔਕਵਰਡ ਲੱਗਦੀ ਹੈ, ਜਿਹੜੀ ਤੁਹਾਨੂੰ ਲੱਗਦੀ ਹੈ ਵੀ ਯਾਰ ਇਹ ਫਰਜ਼ੀ ਹੈ, ਇਹ ਇੱਥੇ ਸਹੀ ਨਹੀਂ ਹੋ ਰਹੀ, ਇਹ ਇੱਥੇ ਮਤਲਬ ਸਾਡੇ ਨਾਲ ਢਾਲ ਨਹੀਂ ਰਹੀ, ਕੋਈ ਇਹੋ ਜਿਹੀ ਗੱਲਬਾਤ ਤੁਹਾਨੂੰ ਲੱਗਦੀ ਹੈ ਤਾਂ ਉੱਥੇ ਆਪਣੀ ਆਵਾਜ਼ ਬੁਲੰਦ ਕਰੋ, ਅਵੇਅਰ ਕਰੋ। ਕੋਈ ਸੀਨੀਅਰ ਜਥੇਬੰਦੀ ਦਾ ਬੰਦਾ ਹੈ, ਕੋਈ ਵੀ ਹੈ, ਉਹ ਗੱਲ ਦੱਸੋ ਉਹਨਾਂ ਨੂੰ, ਕਿਉਂਕਿ ਇਹ ਨਾ ਹੋਵੇ ਵੀ ਆਪਾਂ ਲੇਟ ਹੋ ਜਾਈਏ ਤੇ ਕੋਈ ਇਹੋ ਜਿਹਾ ਸੀਨ ਇੱਥੇ ਕ੍ਰੀਏਟ ਹੋ ਜਾਵੇ ਵੀ ਜਿਹਦੀ ਆਪਾਂ ਬਾਅਦ ਚ ਭਰਪਾਈ ਉਹ ਨਾ ਕਰ ਪਾਈਏ। ਵਾਕਈ ਮੈਨੂੰ ਲੱਗਦਾ ਬੜੀ ਇੱਕ ਯੋਗ ਸਲਾਹ ਹੈਗੀ ਆ। ਵੀਰ ਹੈਗੇ ਆ, ਇਹ ਉਹ ਵੀਰ ਹੈਗੇ ਨੇ ਜਿਹੜੇ ਸ਼ੰਭੂ ਮੋਰਚੇ ਤੇ। ਮੈਂ ਆਪਣੀ ਜਵਾਨੀ ਦੱਸ ਦਿਓ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਜੀ ਗੁਰਮੀਤ ਸਿੰਘ ਆ, ਬਲਾਕ ਡੇਰਾ ਬਾਬਾ ਨਾਨਕ, ਹਾਂਜੀ, ਜ਼ਿਲ੍ਹਾ ਗੁਰਦਾਸਪੁਰ ਤੋਂ। ਆਪਾਂ ਜਦੋਂ ਕਿਸਾਨ ਜਥੇਬੰਦੀਆਂ ਨੇ 25, 26 ਦੀ ਤੇ 27 ਦੀ ਕਾਲ ਸਾਨੂੰ ਦਿੱਤੀ ਦਿੱਲੀ ਪਹੁੰਚਣ ਵਾਸਤੇ, ਆਪਾਂ ਜਥੇਬੰਦੀ ਦੇ ਨਾਲ ਅਟੈਚ ਨਹੀਂ ਹੈਗੇ, ਆਪ ਮਹਾਰੇ ਹੀ ਆਪਾਂ ਇੱਥੇ ਆਏ ਆ। ਤੇ ਜਦੋਂ ਕਾਲ ਦਿੱਤੀ ਸ਼ੰਭੂ, ਤੁਸੀਂ ਕਿਸਾਨ ਜਥੇਬੰਦੀਆਂ ਦੇ ਆਗੂ ਦੇ ਸੱਦੇ ਤੇ ਨਹੀਂ, ਇੱਥੇ ਆਪਣੀ ਮਰਜ਼ੀ ਨਾਲ ਆਏ ਹੋ? ਹਾਂਜੀ, ਆਪਾਂ ਪਤਾ ਅਟੈਚ ਨਹੀਂ ਆ, ਵੈਸੇ ਹੀ ਨੌਜਵਾਨਾਂ ਦੇ ਆਪ ਮਹਾਰੇ ਹੀ ਆਏ ਆ। ਉੱਥੋਂ ਬਾਅਦ ਦੇ ਵਿੱਚ ਸ਼ੰਭੂ ਜਦੋਂ ਬੈਰੀਅਲ ਤੇ ਆਪਾਂ ਪਹੁੰਚੇ ਤੇ ਬੜੀ ਇਹਨਾਂ ਨੇ ਤਗੜੀ ਬੈਰੀਕੇਡਿੰਗ ਕੀਤੀ ਹੋਈ ਸੀ ਤੇ ਉਹ ਨੌਜਵਾਨਾਂ ਦੇ ਸੰਯੋਗ ਦੇ ਨਾਲ ਜਦੋਂ ਬੈਰੀਗੇਟ ਭੰਨਦੇ ਹੋਏ ਤੇ ਇਹਨਾਂ ਦੀਆਂ ਪਾਣੀ ਦੀਆਂ ਵਿਛਾੜਾਂ ਦਾ ਸਾਹਮਣਾ ਕਰਦੇ ਹੋਏ ਤੇ ਜਿੰਨਾ ਵੀ ਇਹਨਾਂ ਨੇ ਤਸ਼ੱਦਦ ਕੀਤਾ ਆ, ਉਹ ਸਾਰਾ ਕੁਛ ਹੀ ਆਪਾਂ ਝੱਲਦੇ ਹੋਏ, ਇਹਨਾਂ ਨੇ ਅਥਰੂ ਗੈਸ ਦੇ ਗੋਲੇ ਵੀ ਸਾਡੇ ਤੇ ਦਾਗੇ ਤੇ ਆਪਾਂ ਸਾਰੀਆਂ ਇਹਨਾਂ ਦਾ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਤੇ ਜੋ ਆ ਸਟੇਜ ਤੇ ਜੌਂਡੀਆ ਟਰੈਕਟਰ ਆ, ਉਹ ਬਹੁਤ ਚੜ੍ਹਦੀ ਕਲਾ ਵਾਲਾ ਵੀਰ ਹੈ, ਜਿੰਨੇ ਬੈਰੀਕੇਡ ਤੋੜਦੇ ਹੋਏ ਇੱਥੋਂ ਤੱਕ ਪਹੁੰਚਿਆ। ਗਾੜੀ ਇਹਨਾਂ ਨੇ 20-20 ਫੁੱਟ ਦੇ ਖੱਡੇ ਵੀ ਪੱਟਤੇ, 20-20 ਫੁੱਟ ਦੇ ਖੱਡੇ ਵੀ ਪੱਟਤੇ, ਪਰ ਪੰਜਾਬ ਦੇ ਨੌਜਵਾਨਾਂ ਨੇ ਖੱਡੇ ਹੱਥਾਂ ਦੇ ਨਾਲ, ਕਈਆਂ ਦੇ ਨਾਲ ਪੂਰ ਕੇ ਤੇ ਦਿੱਲੀ ਤੱਕ ਕੂਚ ਕੀਤੀ ਹੈ। ਹਾਂਜੀ, ਵਾਕਈ ਇਹ ਉਹ ਯੋਧੇ ਹੈਗੇ ਜੀ। ਹਾਂ, ਜਿਹੜੇ ਸਾਰੇ ਬੈਰੀਕੇਡ ਤੋੜ ਕੇ ਖੱਡੇ ਪੱਟੇ ਸੀਗੇ, ਖੱਡੇ ਪੂਰ ਕੇ ਟਰੈਕਟਰ ਪਿੱਛੇ ਖੜਾ ਹੈਗਾ, ਇਹਨਾਂ ਦਾ ਕਹਿਣਾ ਹੈਗਾ। ਹਾਂਜੀ, ਜੌਨ ਡੀਅਰ ਟਰੈਕਟਰ ਜੀ। ਦੇਖੋ, ਆਪਾਂ ਨੂੰ ਆਪਣੀ ਇੱਕ ਮੋਰਲ ਰਿਸਪੌਂਸਿਬਿਲਿਟੀ ਸਾਰਿਆਂ ਨੂੰ ਸਮਝਣੀ ਪੈਣੀ ਹੈ, ਇਹ ਬਹੁਤ ਜ਼ਰੂਰੀ ਹੈ। ਹੁੱਲੜਬਾਜੀ ਦਾ ਇੱਥੇ ਕੋਈ ਲੈਣਾ ਦੇਣਾ ਨਹੀਂ ਹੈਗਾ। ਮੈਂ ਨੌਜਵਾਨਾਂ ਨੂੰ ਇਹੀ ਅਪੀਲ ਕਰੂੰਗਾ, ਦੇਖੋ ਮੈਂ ਵੀ ਅੱਜ ਦਾ ਨੌਜਵਾਨ ਹਾਂ, ਗੱਲ ਇਹ ਹੈ ਵੀ ਚਲੋ ਠੀਕ ਹੈ, ਮੈਂ ਫੇਰ ਉਹੀ ਗੱਲ ਕਹੂੰਗਾ ਵੀ ਜੋਸ਼ ਬਹੁਤ ਹੈ, ਜੋਸ਼ ਬਹੁਤ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ, ਪਰ ਜੋਸ਼ ਦੇ ਨਾਲ ਹੋਸ਼ ਬਹੁਤ ਜ਼ਰੂਰੀ ਹੈ। ਤੁਹਾਡੀ ਛੋਟੀ ਜਿਹੀ ਇੱਕ ਗਲਤੀ, ਕਿਉਂਕਿ ਉਹ ਤਾਂ ਚਾਹੁੰਦੇ ਨੇ, ਉਹ ਚਾਹੁੰਦੇ ਨੇ ਵੀ ਇਸ ਚੀਜ਼ ਨੂੰ ਡਾਇਵਰਟ ਕਰ ਦਿੱਤਾ ਜਾਵੇ, ਇਹ ਸਾਰੀ ਜੋ ਆਪਣੀ ਐਨਰਜੀ ਹੈ ਇੱਕ ਸਹੀ ਜਗ੍ਹਾ ਲੱਗੀ ਹੋਈ ਹੈ, ਇਹਨੂੰ ਬਿਲਕੁਲ ਕਿਸੇ ਹੋਰ ਪਾਸੇ ਡਾਇਵਰਟ ਕਰ ਦਿੱਤਾ ਜਾਵੇ। ਕਿਸਾਨ ਜਥੇਬੰਦੀਆਂ ਦੇ ਜਿਹੜੇ ਆਗੂ ਹੈਗੇ ਨੇ, ਤੁਹਾਨੂੰ ਉਹਨਾਂ ਤੇ ਭਰੋਸਾ ਹੈ ਪੂਰਾ? ਬਿਲਕੁਲ ਭਰੋਸਾ ਜੀ ਉਹਨਾਂ ਤੇ, ਉਹ ਸਾਡੇ ਬਜ਼ੁਰਗ ਨੇ, ਸਾਡੇ ਸੀਨੀਅਰ ਨੇ, ਉਹਨਾਂ ਤੇ ਸਾਨੂੰ ਪੂਰਾ ਯਕੀਨ ਹੈ। ਪਰ ਦਰਖਾਸਤ ਬੇਨਤੀ ਉਹਨਾਂ ਅੱਗੇ ਵੀ ਇਹੀ ਕਰਾਂਗੇ ਵੀ ਆਪਣੇ ਜਿਹੜੇ ਇੱਕ ਵਿਚਾਰਕ ਮਤਭੇਦ ਨੇ ਨਾ, ਉਹ ਆਪਾਂ ਪੰਜਾਬ ਨਜਿੱਠ ਲਾਂਗੇ ਜਾ ਕੇ। ਜਦੋਂ ਇੱਥੇ ਉਹ ਕਈ ਕਹਿੰਦੇ ਆ ਲੱਖੇ ਸੁਧਾਣੇ ਨੂੰ ਨਹੀਂ ਬੋਲਣ ਦੇਣਾ ਜਾਂ ਦੀਪ ਸਿੱਧੂ ਨੂੰ ਸਟੇਜ ਦੇ ਉੱਪਰ ਨਹੀਂ ਬੋਲਣ ਦੇਣਾ,
ਇਸ ਗੱਲ ਨੂੰ ਤੁਸੀਂ ਕਿੱਦਾਂ ਦੇਖਦੇ ਆ, ਮਨ 'ਚ ਕੀ ਆਉਂਦਾ? ਮੈਂ ਉਹੀ ਤੁਹਾਨੂੰ ਦੇਖੋ ਜੀ, ਇਹ ਸੁਰਜੀਤ ਸਿੰਘ ਫੂਲ ਨੇ ਆਪਣੇ ਇੱਕ ਕਿਸਾਨੀ ਆਗੂ ਨੇ ਜਿਨ੍ਹਾਂ ਨੇ ਇਹ ਬਿਆਨਬਾਜ਼ੀ ਕੀਤੀ ਸੀਗੀ ਵੀ ਅਸੀਂ ਦੀਪ ਸਿੱਧੂ ਜਾਂ ਲੱਖੇ ਸਿਧਾਣੇ ਨੂੰ ਸਟੇਜ ਦੇ ਉੱਪਰ ਬੋਲਣ ਨਹੀਂ ਦੇਣਾ। ਮੈਂ ਉਹਨਾਂ ਨੂੰ ਇਹ ਦਰਖਾਸਤ ਕਰੂੰਗਾ, ਦੇਖੋ ਸਾਡੇ ਸੀਨੀਅਰ ਨੇ ਪਰ ਉਹਨਾਂ ਦੇ ਮੂੰਹੋਂ ਇਹ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ ਕਿਉਂਕਿ ਸੰਵਿਧਾਨ ਸਭ ਤੋਂ ਉੱਪਰ ਹੈ, ਇੰਡੀਅਨ ਕਨਸਟੀਟਿਊਸ਼ਨ ਸਭ ਤੋਂ ਉੱਪਰ ਹੈ। ਆਰਟੀਕਲ 19 ਦੇ ਅਕੋਰਡਿੰਗ ਸਾਨੂੰ ਬੋਲਣ ਦਾ, ਮਾਈਕ ਫੜਨ ਦਾ, ਸਟੇਜ ਤੇ ਚੜ੍ਹਨ ਦਾ ਤੇ ਆਪਣੇ ਵਿਚਾਰ ਪੇਸ਼ ਕਰਨ ਦਾ ਪੂਰਾ ਅਧਿਕਾਰ ਹੈ, ਸਾਨੂੰ ਕੋਈ ਰੋਕ ਨਹੀਂ ਸਕਦਾ। ਇਹ ਗੱਲ ਕੀ ਹੈ ਵੀ ਇਹ ਜਿਹੜੀ ਇਹ ਚੀਜ਼ ਹੈ ਨਾ ਕਿਸੇ ਦੀ ਇੰਡੀਵਿਜੂਅਲ ਪਰਸਨਲੀ ਨਹੀਂ ਹੈਗੀ, ਇਹ ਸਾਰੀ ਕੌਮ ਦੀ ਇਨਸਾਨੀਅਤ ਦੀ ਜੰਗ ਹੈ। ਇਹਦੇ ਵਿੱਚ ਆਪਾਂ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਦੀ ਬਜਾਏ ਨਾ ਇੱਕ ਦੂਜੇ ਦਾ ਸਾਥ ਦਈਏ, ਮੋਢੇ ਨਾਲ ਮੋਢਾ ਰਲਾ ਕੇ ਸਾਥ ਦਈਏ। ਆਪਾਂ ਇਹ ਨਾ ਕਰੀਏ ਵੀ ਯਾਰ ਆਪਾਂ ਉਹਨੂੰ ਬੋਲਣ ਨਹੀਂ ਦੇਣਾ, ਐ ਨਹੀਂ ਕਰਨ ਦੇਣਾ। ਸਾਨੂੰ ਉਹਨਾਂ ਦੇ ਸਾਥ ਦੀ ਲੋੜ ਹੈ, ਸਾਨੂੰ ਨੌਜਵਾਨਾਂ ਦੇ ਸਾਥ ਦੀ ਵੀ ਲੋੜ ਹੈ। ਘੱਟੋ ਘੱਟ ਆਪਾਂ ਸੁਣੀਏ ਤਾਂ ਸਹੀ ਲੋਕਾਂ ਦੀ ਵਿਚਾਰਧਾਰਾ ਕੀ ਹੈ। ਤੁਹਾਨੂੰ ਕੀ ਲੱਗਦਾ ਵੀ ਉਹ ਕਾਹਤੋਂ ਰੋਕਦੇ ਆ ਉਹਨਾਂ ਨੂੰ? ਦੇਖੋ ਜੀ, ਮੈਂ ਆਪਣੀ ਮੱਤ ਦੇ ਹਿਸਾਬ ਨਾਲ ਦੱਸਦਾ, ਅਸਲ ਕੀ ਆ ਉਹ ਅਕਾਲ ਪੁਰਖ ਜਾਣਦਾ, ਪਰ ਗੱਲ ਕੀ ਹੈ ਨਾ ਆਪਣੇ ਬੰਦਿਆਂ ਨੂੰ ਇਨਸਿਕਿਉਰਿਟੀਜ਼ ਹੋ ਜਾਂਦੀਆਂ ਨੇ, ਬਹੁਤ ਇਨਸਿਕਿਉਰ ਹੋ ਜਾਂਦੇ ਨੇ। ਉਹ ਗੱਲ ਕੀ ਹੈ, ਅਗਲਾ ਕਹਿੰਦਾ ਮੇਲਾ ਨਾ ਲੁੱਟ ਕੇ ਲੈ ਜਾਵੇ, ਅਗਲਾ ਕਹਿੰਦਾ ਹੁਣ ਇਹਨੂੰ ਮਾਈਕ ਫੜਾਤਾ, ਕੋਈ ਚਾਹੇ ਉਹ ਦੀਪ ਸਿੱਧੂ, ਬਾਈ ਦੀਪ ਸਿੱਧੂ, ਅਸੀਂ ਦੀਪ ਸਿੱਧੂ ਤੇ ਬਾਈ ਸ਼ੰਭੂ ਮੋਰਚੇ ਚੋਂ ਆਏ ਹੋਏ ਆ, ਅਗਲਾ ਕਹਿੰਦਾ ਬਾਈ ਦੀਪ ਸਿੱਧੂ ਨੂੰ ਦੇਤਾ ਜਾਂ ਲੱਖੇ ਸਿਧਾਣੇ ਨੂੰ ਦੇਤਾ। ਅਗਲਾ ਕਹਿੰਦਾ ਜੇ ਇਹਨਾਂ ਮਗਰ ਨੌਜਵਾਨ ਜਾਂ ਲੋਕ ਲੱਗ ਗਏ ਸਾਨੂੰ ਕੌਣ ਪੁੱਛੂਗਾ ਜੀ। ਪਰ ਕਿਤੇ ਆਹ ਗੱਲ ਤਾਂ ਨਹੀਂ ਹੈਗੀ ਨਾਲ ਪਈ ਉਹ ਇਦਾਂ ਹੋਵੇ ਵੀ ਉਹ ਆਜ਼ਾਦੀ ਦੀ ਗੱਲ ਵੀ ਕਰਦੇ ਆ, ਉਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਨਾਂ ਵੀ ਲੈਂਦੇ ਹੈਗੇ ਆ। ਦੇਖੋ ਜੀ, ਇਹ ਫਲਸਫਾ ਥੋੜਾ ਜਿਹਾ ਆਪਾਂ ਨੂੰ ਸਮਝਣਾ ਪੈਣਾ ਹੈ। ਗੱਲ ਕੀ ਹੈ ਨਾ, ਆਪਾਂ ਹਵਾ 'ਚ ਗੱਲਾਂ ਬਹੁਤ ਕਰਦੇ ਆ, ਆਪਾਂ ਗਹਿਰਾਈ 'ਚ ਨਹੀਂ ਵੜਦੇ ਹੈਗੇ। ਗੱਲ ਦੀ ਗਹਿਰਾਈ 'ਚ ਵੜਨਾ ਪੈਣਾ। ਹੁਣ ਜੇ ਮੰਨ ਲਓ ਦੀਪ ਸਿੱਧੂ ਜਾਂ ਲੱਖਾ ਸਿਧਾਣਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਗੱਲ ਕਰਦੇ ਨੇ ਤਾਂ ਉਹਨਾਂ ਦੇ ਫਲਸਫੇ ਦੀ ਗੱਲ ਕਰਦੇ ਨੇ, ਉਹਨਾਂ ਦੀ ਸੋਚ ਦੀ ਗੱਲ ਕਰਦੇ ਨੇ, ਠੀਕ ਹੈ ਜੀ। ਜੋ ਆਨੰਦਪੁਰ ਦਾ ਮਤਾ ਸੀਗਾ ਉਹ ਉਹਦੀ ਗੱਲ ਕਰਦੇ ਨੇ, ਖੁਦ ਮੁਖਤਿਆਰੀ ਦੀ ਗੱਲ ਕਰਦੇ ਨੇ। ਸਟੇਟ ਗਵਰਨਮੈਂਟ ਨੂੰ, ਸਟੇਟ ਨੂੰ ਜਿਵੇਂ ਪੰਜਾਬ ਸਟੇਟ ਹੈ ਉਹਦੇ ਰਾਜ ਦੇ ਵੱਧ ਹੱਕਾਂ ਦੀ ਗੱਲ ਕਰਦੇ ਨੇ। ਆਪਾਂ ਇਨਸਿਕਿਉਰ ਨਾ ਹੋਈਏ, ਆਪਾਂ ਇੱਕ ਦੂਜੇ ਨੂੰ ਮਾੜਾ ਚੰਗਾ ਕਹਿਣ ਦੀ ਬਜਾਏ ਆਪਾਂ ਉਹਨਾਂ ਦਾ ਸਾਥ ਦਈਏ। ਆਪਾਂ ਰਲ ਕੇ ਚੱਲਣਾ ਸਾਰਿਆਂ ਨੇ, ਕਿਉਂਕਿ ਏਕਤਾ ਤੇ ਅਖੰਡਤਾ ਤੇ ਬਲ ਹੈ। ਜੇ ਆਪਾਂ ਕਹਿ ਦਈਏ ਨਾ ਵੀ ਇਕੱਲਾ ਬੰਦਾ ਕੋਈ ਜਾ ਕੇ ਕੁਝ ਕਰ ਲੂਗਾ, ਉਹ ਚੀਜ਼ ਪੋਸੀਬਲ ਨਹੀਂ ਹੈਗੀ। ਜੇ ਆਪਾਂ ਜਿੱਥੇ ਸਾਰੇ ਲੋਕ ਇਕੱਠੇ ਹੋਏ ਆ ਨਾ, ਜੇ ਆਪਾਂ ਕਹਿ ਲਓ ਵੀ ਜਿੱਤ ਦੇ ਫਤਿਹ ਵੱਲ ਨੂੰ ਵੱਧ ਰਹੇ ਆ ਤਾਂ ਇਹ ਸਾਰੇ ਲੋਕਾਂ ਦਾ ਯੋਗਦਾਨ ਹੈ। ਇਹ ਜਿਹੜਾ ਯੂਥ ਹੈ ਨਾ, ਯੂਥ ਇਹ ਜਿਹੜਾ ਬਾਈ ਲੱਖਾ ਸਿਧਾਣਾ ਤੇ ਬਾਈ ਦੀਪ ਸਿੱਧੂ ਤੇ ਕਮਲ ਗਰੇਵਾਲ, ਇਹਨਾਂ ਦੇ ਸੰਯੋਗ ਦੇ ਨਾਲ ਹੀ ਜਿਹੜਾ ਨੌਜਵਾਨ ਆ ਘਰਾਂ ਚੋਂ ਉੱਠ ਕੇ ਜਿਹੜਾ ਇਹ ਚੱਲਿਆ ਆ ਤੇ ਨੌਜਵਾਨਾਂ ਨੇ ਜਿਹੜਾ ਇਹਨਾਂ ਨੇ ਥੱਬਾ ਲਾਤਾ ਸੀ ਨਾ, ਇੱਕ ਨੌਜਵਾਨਾਂ ਤੇ ਨਸ਼ੇੜੀ ਆ, ਨੌਜਵਾਨ ਪੰਜਾਬ ਦਾ ਨਸ਼ੇੜੀ ਆ, ਉਹ ਭਰਮ ਦੂਰ ਕਰਤਾ। 10-10 ਕੁਇੰਟਲ ਦੇ ਪੱਥਰ ਜਿਹੜੇ ਨੌਜਵਾਨਾਂ ਨੇ ਉਲਟਾ ਕੇ ਮਾਰੇ। ਇੱਥੋਂ ਤਾਂ ਇੱਕ ਮੀਡੀਆ ਵਾਲੇ ਕਹਿੰਦੇ ਵੀ ਪਤਾ ਨਹੀਂ ਉਹ ਕੀ ਸ਼ਕਤੀ ਸੀ, ਬੋਲੇ ਸੋ ਨਿਹਾਲ ਦਾ ਨਾਰਾ ਗਜਾ ਕੇ ਤੇ ਉਹਨੂੰ ਭਸਮ ਹੀ ਕਰ ਦਿੰਦੇ ਸੀ ਬੈਰੀਗੇਟ ਨੂੰ। ਤੇ ਹਾਂਜੀ, ਇਹ ਨੌਜਵਾਨਾਂ ਨੇ ਆਪਣਾ ਬਹੁਤ ਤਗੜਾ ਇਤਿਹਾਸ ਜਿਹੜਾ ਇਹਨਾਂ ਨੇ ਕਾਇਮ ਕਰਤਾ ਆ। ਤੇ ਇਹਨਾਂ ਦਾ ਜਿਹੜਾ ਆ ਵੀ ਬੈਰੀਗੇਡ ਹੈ ਵੀ ਆਪਾਂ ਅੱਧਾ ਕਿਲੋਮੀਟਰ ਜਿਹੜਾ ਆਪਾਂ ਦੂਰ ਚਲੇ ਗਏ ਹਾਂ ਇਹਨਾਂ ਦਾ ਹੰਕਾਰ ਤੋੜਨ ਵਾਸਤੇ। ਚਲੋ ਬਾਅਦ ਚ ਕਿਸਾਨ ਜਥੇਬੰਦੀਆਂ ਨੇ, ਉਹ ਸਾਡੇ ਸੀਨੀਅਰ ਆ ਤੇ ਉਹਨਾਂ ਨੇ ਕਿਹਾ ਵੀ ਆਪਾਂ ਇੱਥੇ ਹੀ ਬੈਠਣਾ ਆ, ਤੇ ਬਾਅਦ ਦੇ ਵਿੱਚ ਆਪਾਂ ਇੱਥੇ ਹੀ ਆਪਣਾ ਮੋਰਚਾ ਜਿਹੜਾ ਆ ਉਹ ਜਾਰੀ ਕਰਤਾ। ਨਹੀਂ ਤਾਂ ਮਤਲਬ ਮੈਂ ਇੱਕ ਛੋਟੀ ਜੀ ਗੱਲ ਹੋਰ ਕਹਿਣੀ ਚਾਹੂੰਗਾ। ਦੇਖੋ, ਸਾਰੇ ਵਿਦਵਾਨ ਨੇ, ਬੁੱਧੀਜੀਵੀ ਨੇ, ਜਿਹੜੇ ਚਾਹੇ ਉਹ ਕੱਤੇ ਜਥੇਬੰਦੇ ਵਾਲੇ ਨੇ, ਚਾਹੇ ਤੁਸੀਂ ਹੋ, ਚਾਹੇ ਕੋਈ ਵੀ ਹੈ, ਸਮਝਦਾਰ ਹਰੇਕ ਬੰਦਾ। ਪਰ ਗੱਲ ਇੰਨੀ ਕਿ ਕਹਿਣਾ ਚਾਹੂੰਗਾ ਵੀ ਆਪਾਂ ਨੂੰ ਰਣਨੀਤੀ ਦੀ ਬਹੁਤ ਲੋੜ ਹੈ। ਆਪਾਂ ਇੱਥੇ ਪਹੁੰਚ ਗਏ ਆ, ਉਰੇ ਬੈਠ ਗਏ ਆ, ਇੱਥੇ ਤੱਕ ਗੱਲ ਠੀਕ ਹੈ, ਪਰ ਜਦੋਂ ਤੱਕ ਆਪਾਂ ਅੱਗੇ ਦੀ ਰਣਨੀਤੀ ਨਹੀਂ ਘੜਾਂਗੇ, ਆਪਾਂ ਗੱਲ ਕੀ ਹੋ ਸਕਦੀ ਹੈ ਬਾਈ ਜੀ, ਜਾਂ ਤਾਂ ਵਰਸਟ ਹੋ ਸਕਦੀ ਹੈ ਜਾਂ ਬਿਹਤਰ ਹੋ ਸਕਦੀ ਹੈ। ਜਾਂ ਤਾਂ ਉਹ ਬੰਦੇ ਆਪਣੀ ਬਿੱਲਾਂ ਨੂੰ ਰੱਦ ਕਰ ਦੇਣਗੇ ਜਾਂ ਉਹ ਨਹੀਂ ਕਰਨਗੇ। ਗੱਲਾਂ ਤਾਂ ਦੋਏ ਹੋਣਗੀਆਂ ਨਾ। ਆਪਾਂ ਦੋਨਾਂ ਚੀਜ਼ਾਂ ਲਈ ਮੈਂਟਲੀ ਫਿਜ਼ੀਕਲੀ ਰੈਡੀ ਹੋਣੇ ਚਾਹੀਦੇ ਆ। ਵਿੱਚ ਵਿਚਾਲੇ ਵੀ ਗੱਲ ਕਰ ਸਕਦੇ ਕਿ ਥੋੜੀ ਜਿਹੀ ਸੋਧ ਕਰ ਦਿੰਨੇ ਆ। ਸੋਧ ਨਹੀਂ ਜੀ ਚਾਹੀਦੀ, ਨਹੀਂ। ਉਹ ਦੇਖੋ ਜੀ, ਉਹ ਲੋਲੀਪੌਪ ਵਾਲੀ ਤਾਂ ਗੱਲ ਅਸੀਂ ਲੈਣੀ ਹੋ ਨਹੀਂ ਹੈਗੀ। ਉਹ ਸੋਧਾਂ ਅਸੀਂ ਪਹਿਲਾਂ ਬਥੇਰੀਆਂ ਲੈ ਲੀਆਂ। ਸਿੱਧੀ ਜੀ ਗੱਲ ਹੈ ਜੀ। ਹੁਣ ਤੁਸੀਂ ਉਹ 11 ਪੇਜਾਂ ਦਾ 11 ਜਿਹੜਾ 3 ਆਰਡੀਨੈਂਸ ਪਾਸ ਕੀਤੇ ਹੋਏ ਨੇ, ਜੇ ਤੁਸੀਂ ਧਿਆਨ ਨਾਲ ਉਹਨਾਂ ਨੂੰ ਪੜ੍ਹੋ ਤਾਂ ਉਹ ਚੀਜ਼ ਹੈ ਵੀ ਅਸੀਂ ਆਪਣੇ ਹੱਥ ਵੱਢ ਕੇ ਗਵਰਨਮੈਂਟ ਦੇ ਹੱਥ 'ਚ ਦੇ ਰਹੇ ਹਾਂ। ਅੱਜ ਤੋਂ ਬਾਅਦ ਹਾਲਾਤ ਬਿਹਾਰ ਨਾਲੋਂ ਵੀ ਪੰਜਾਬ ਦੇ ਬਹੁਤ ਮਾੜੇ ਹੋ ਜਾਣਗੇ, ਠੀਕ ਹੈ ਜੀ। ਕਿਸਾਨੀ ਕਿਤੇ ਨਾ ਕਿਤੇ ਕਹਿੰਦੇ ਨੇ ਚੇਨ ਚੱਲਦੀ ਹੁੰਦੀ ਹੈ, ਉਹ ਚੇਨ ਦੇ ਵਿੱਚ ਜਿਹੜਾ ਮੂਹਰਲਾ ਡੱਬਾ ਹੈ, ਇੰਜਣ ਹੈ, ਉਹ ਕਿਸਾਨ ਹੈ, ਠੀਕ ਹੈ ਜੀ। ਇਸ ਗੱਲ ਕਰਕੇ ਬਾਕੀ ਸਾਰਿਆਂ ਅੱਗੇ ਅਰਦਾਸ ਬੇਨਤੀ ਹੈ, ਚਾਹੇ ਉਹ ਕਿਸਾਨੀ ਨਾਲ ਰਿਲੇਟਡ ਹੈਗੇ ਨੇ, ਨਹੀਂ ਹੈਗੇ ਤਾਂ ਵੀਰ ਬਣ ਕੇ ਜਿਹੜੇ ਘਰੇ ਲੋਕ ਬੈਠੇ ਨੇ, ਚਾਹੇ ਉਹ ਮੇਰੀਆਂ ਮਾਤਾਵਾਂ ਨੇ, ਭੈਣਾਂ ਨੇ, ਬੀਬੀਆਂ ਨੇ, ਭਰਾ ਨੇ, ਉਹ ਸਾਰੇ ਇੱਥੇ ਪਹੁੰਚੋ। ਹੁੱਲੜਬਾਜੀ ਲਈ ਕੋਈ ਆਪਣੇ ਕੋਲ ਜਗ੍ਹਾ ਨਹੀਂ ਹੈਗੀ। ਪਿਆਰ ਮੁਹੱਬਤ ਨਾਲ ਰਹਿਣਾ ਇੱਕ ਦੂਜੇ ਦੇ ਨਾਲ, ਰਣਨੀਤੀ ਘੜਨੀ ਹੈ, ਸਮਾਰਟ ਹੋ ਕੇ ਚੱਲਣਾ, ਕਿਉਂਕਿ ਜੋਸ਼ ਨਾਲ ਹੋਸ਼ ਬਹੁਤ ਜ਼ਰੂਰੀ ਹੈ। ਜੋਸ਼ ਨਾਲ ਹੋਸ਼ ਬਹੁਤ ਜ਼ਰੂਰੀ ਹੈ। ਇੱਕ ਗੱਲ ਤੁਸੀਂ ਵੀ ਹਾਂਜੀ, ਮੈਂ ਵੀਰ ਜੀ ਨੇ ਜਿਵੇਂ ਕਿਹਾ ਵੀ ਜੋਸ਼ ਨਾਲ ਹੋਸ਼ ਵੀ ਜ਼ਰੂਰੀ ਆ। ਸਾਡੇ ਦਸਵੇਂ ਪਿਤਾ ਨੇ
ਜਦੋਂ ਵੀ ਇੱਕ ਤਾਂ ਪਹਿਲਾਂ ਇਹ ਗੱਲ ਆ, ਪਹਿਲਾਂ ਜੋ ਵੀ ਆਪਣੇ ਟੀਵੀ ਤੁਸੀਂ ਆਏ ਹੋ ਵੀਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਜਿੰਨੇ ਕਿਸਾਨ ਵੀਰ ਆ, NRI ਵੀਰ, ਸਾਰਿਆਂ ਦਾ ਹੀ, ਬੁੱਢਾ ਦਲ ਵਾਲਿਆਂ ਦਾ ਵੀ, ਸਾਰਿਆਂ ਦਾ ਹੀ ਸੰਯੋਗ ਆ। ਆਓ ਪਹਿਲਾਂ ਸਾਂਝ ਦੀ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਗੱਲ ਜ਼ਰੂਰ ਆ ਇਹ ਵੀ ਜਿਹੜਾ ਜੋਸ਼ ਆ, ਇਹ ਦਸ਼ਮੇ ਪਿਤਾ ਦਾ ਸਾਨੂੰ ਬਖਸ਼ਿਆ ਆ ਜੋਸ਼ ਹੈ। ਜੇ ਜ਼ੁਲਮ ਕਰਨਾ ਵੀ ਪਾਪ ਆ, ਜ਼ੁਲਮ ਸਹਿਣਾ ਵੀ ਪਾਪ ਆ। ਨਾ ਅਸੀਂ ਜ਼ੁਲਮ ਕਰ ਰਹੇ ਆ, ਨਾ ਅਸੀਂ ਕੋਈ ਪਾਪ ਕਰ ਰਹੇ ਆ। ਅਸੀਂ ਆਪ ਦੀ ਥਾਂ ਤੇ ਡਟੇ ਹੋਏ ਆ। ਅਸੀਂ ਜਥੇਬੰਦੀਆਂ ਨੂੰ ਵੀ ਅਪੀਲ ਕਰਾਂਗੇ ਵੀ ਆਪਾਂ ਹੁਣ ਜਿਹੜਾ ਇਹ ਰੋਜ਼ ਦੀ ਰੋਜ਼ ਇਹ ਰਣਨੀਤੀ ਬਣਾਈ ਜਾਂਦਾ ਵੀ ਅੱਜ ਦੀ ਤਰੀਕ ਦੇਤੀ, ਕੱਲ ਦੀ ਤਰੀਕ ਦੇਤੀ, ਵੀ ਅਸੀਂ ਇੱਥੇ ਇਹ ਕਾਨੂੰਨ ਰੱਦ ਕਰਾ ਕੇ ਹਟਾਂਗੇ। ਜਿੰਨਾ ਤੱਕ ਅਸੀਂ ਡਟੇ ਹੋਏ ਆ ਉਹਨਾਂ ਤੱਕ ਇੱਥੋਂ ਜਾਣਾ ਨਹੀਂ ਹੈਗਾ। ਅਸੀਂ ਇਹ ਛੱਬੂ ਬਾਰਡਰ ਤੇ ਜਿਹੜਾ ਕੁਝ ਹੋਇਆ ਉਹ ਸਾਰਿਆਂ ਨੂੰ ਭਲੀ ਭਾਂਤੀ ਪਤਾ ਹੀ ਆ। ਸਾਡੇ ਵੀਰਾਂ ਦਾ ਬਹੁਤ ਸਹਿਯੋਗ ਆ ਵੀ ਕਿਸੇ ਚੀਜ਼ ਦੀ ਲੋੜ ਆ। ਜਿਵੇਂ ਸਾਨੂੰ ਅੱਤਵਾਦੀ ਦੱਸਿਆ ਜਾ ਰਿਹਾ ਵੀ ਟਰਾਲੀਆਂ 'ਚ ਪਤਾ ਨਹੀਂ ਕੀ ਆ, ਅਸੀਂ ਤਾਂ ਕਹਿੰਦੇ ਵੀ ਸਾਡੇ ਕੋਲੇ ਸਰਕਾਰ ਸੈਕਟਰ ਸਰਕਾਰ ਆ ਕੇ ਦੇਖੇ ਵੀ ਟਰਾਲੀਆਂ 'ਚ ਸਾਡੇ ਹੈ ਕੀ ਆ, ਜਦ ਕਿ ਅਸੀਂ ਤਾਂ ਰਾਸ਼ਨ ਲੈ ਕੇ ਆਏ ਆ। ਗੁਰੂ ਮਹਾਰਾਜ ਦੇ 20 ਰੁਪਏ ਦਾ ਲੰਗਰ ਆ, ਇਹ ਨਾ ਮੁੱਕਿਆ ਨਾ ਮੁਕਾ ਸਕਦੇ ਆ ਕੋਈ। ਇਹ ਗੁਰੂ ਕਾ ਲੰਗਰ। ਹਾਂਜੀ, ਅਸੀਂ ਤੇ ਘਰੋਂ ਆਪਣੇ ਬੱਚਿਆਂ ਨੂੰ ਨਾ ਦਸਤਾਰਾਂ ਸਜਾ ਕੇ, ਜਿਹਨੂੰ ਪਗੜੀ ਦੀ ਰਸਮ ਕਹਿੰਦੇ ਆ, ਉਹ ਪਗੜੀ ਦੀ ਰਸਮ ਸਜਾ ਕੇ ਆਏ ਆ। ਤੇ ਆਪਾਂ ਤੇ 6-6 ਮਹੀਨਿਆਂ ਦਾ ਰਾਸ਼ਨ ਵੀ ਨਾਲ ਲੈ ਕੇ ਆਏ ਤੇ ਨਾਲ ਆਪਣਾ ਬਾਲਣ ਵੀ ਲੈ ਕੇ ਆਏ ਆ। ਜੇ ਕੋਈ ਸਾਡਾ ਜੇ ਕੋਈ ਸਾਡਾ ਇੱਥੇ ਸਿੰਘ ਸ਼ਹੀਦੀ ਪਾ ਜਾਂਦਾ ਤੇ ਉਹਦਾ ਸੰਸਕਾਰ ਇੱਥੇ ਹੀ ਕੀਤਾ ਜਾਵੇ। ਪਹਿਲੀ ਗੱਲ ਇੱਕ ਇਹ ਤੁਸੀਂ, ਮੈਨੂੰ ਲੱਗਦਾ ਕਿ ਸਿਰੇ ਦੀਆਂ ਗੱਲਾਂ ਹੀ ਹੋ ਰਹੀਆਂ ਨੇ ਸਾਰੀਆਂ। ਪਹਿਲੀ ਗੱਲ ਇੱਕ ਹੋਰ ਮੈਂ ਕਹਿਣਾ ਹੀ ਚਾਹੁੰਦਾ ਵੀ ਜਿਹੜਾ ਵੀ ਅਸੀਂ ਕੰਮ ਕਰਨਾ ਸੋਚ ਸਮਝ ਕੇ ਕਰੀਏ। ਇੱਥੇ ਹੋਰ ਵੀ ਮੀਡੀਆ ਆਉਂਦੀਆਂ ਨੇ, ਅਸੀਂ ਉਹਨਾਂ ਦਾ ਪ੍ਰਚਾਰ ਉਹਨਾਂ ਨੂੰ ਨਾ ਦਈਏ। ਜਿਹੜੀਆਂ ਸਾਡੀਆਂ ਮੀਡੀਆ ਸਾਡੀ ਗੱਲ ਗਾਹਾਂ ਤੱਕ ਪਹੁੰਚਾਉਂਦੀ, ਆਪਾਂ ਉਹਨਾਂ ਨਾਲ ਹੀ ਗੱਲਬਾਤ ਕਰੀਏ। ਇਹ ਵੀ ਜ਼ਰੂਰੀ ਬੇਨਤੀ ਆ। ਇੱਕ ਮੈਂ ਤੁਹਾਨੂੰ ਗੱਲ ਦੱਸਦਾ, ਅੱਗੇ ਕਈ ਵਾਰ ਇਦਾਂ ਹੁੰਦਾ ਤੁਸੀਂ 1 ਘੰਟਾ ਭਾਸ਼ਣ ਕਰਦੇ ਰਹਿੰਦੇ ਹੋ ਪਰ ਉਹ ਤੁਹਾਡੀ ਗੱਲਾਂ ਹੀ ਨਹੀਂ ਚਲਾਉਂਦੇ ਹੈਗੇ। ਨਹੀਂ ਚਲਾਉਂਦੇ। ਹਾਂਜੀ ਹਾਂ, ਉਹ ਕੱਟ ਕਰ ਦਿੰਦੇ ਆ ਜੀ, ਕਿਉਂਕਿ ਉਹ ਇਹ ਚੀਜ਼ ਚਾਹੁੰਦੇ ਨਹੀਂ ਹੈ। ਉਹ ਬਸ ਇਹੀ ਆ ਕੇ ਪੁੱਛਦੇ ਆ ਹਾਂਜੀ ਦੱਸੋ ਵੀ ਤੁਹਾਨੂੰ ਕੀ ਦੱਸਿਆ, ਜਦ ਕਿ ਸਾਡਾ ਤਾਂ ਗੱਲ ਹੀ ਇੱਕ ਹੀ ਆ ਵੀ ਅਸੀਂ ਇਹ ਰੱਦ ਕਰਾਉਣੇ ਆ। ਇਹ ਕਾਨੂੰਨ ਰੱਦ ਵੀ ਕਰਾਉਣਾ, ਜਿਹੜਾ ਕਰਜ਼ਾ ਸਾਡੇ ਕਿਸਾਨਾਂ ਉੱਤੇ ਚੜੇ ਇਹ ਵੀ ਰੱਦ ਕਰਾ ਕੇ ਹਟਾਂਗੇ। ਸਾਡੇ ਸਿੱਖ ਨੌਜਵਾਨ ਜਿਹੜੇ ਵੀਰੇ ਅੱਗੇ ਸਾਡੀ ਸ਼ਹੀਦੀਆਂ ਪਾਈਆਂ, ਬਾਕੀ ਜਿਹੜੇ ਜੇਲ੍ਹਾਂ ਕੱਟ ਰਹੇ, ਸਜ਼ਾ ਭੁਗਤ ਰਹੇ ਆ, ਉਹਨਾਂ ਦੀਆਂ 20-20 ਸਾਲ ਦੀ ਕੈਦ ਪੂਰੀ ਹੋਣ ਦੇ ਬਾਵਜੂਦ ਵੀ ਉਹ ਜੇਲ੍ਹਾਂ 'ਚ ਬੈਠੇ ਆ। ਸੋ ਇੱਕ ਨਾਲ ਦੇ ਨਾਲ ਜਿਵੇਂ ਅੱਗੇ ਮਾਮਾ ਉਹਦੇ ਪੁੱਤ ਨੂੰ ਕਹਿੰਦੇ ਆ, ਤੁਸੀਂ ਛੋਲੇ ਫਿਲਮ ਤਾਂ ਦੇਖੀ ਹੋਊਗੀ ਸਾਰਿਆਂ ਨੇ, ਉਹਦੇ ਵਿੱਚ ਮਾਮਾ ਅੱਗੇ ਉਹਦੇ ਪੁੱਤ ਨੂੰ ਕਹਿੰਦਾ, ਜਿਹੜਾ ਪੁੱਤ ਹੁੱਲੜਬਾਜੀ ਕਰਦਾ ਸੀ ਵੀ ਗੱਬਰ ਸਿੰਘ ਆਜੂ ਨਹੀਂ ਸੌਂ ਜਾ। ਹੁਣ ਮੋਦੀ ਦੀ ਮਾਂ ਪਤਾ ਕੀ ਮੋਦੀ ਨੂੰ ਕਹਿੰਦੀ ਆ ਵੀ ਸੌਂ ਜਾ ਸਿੰਘ ਆ ਗਏ ਨੇ, ਇਹ ਕਿੰਗ ਆ ਗਏ ਨੇ। ਸੋ ਇਹਦਾ ਜਿਹੜਾ ਕਿੱਲ ਗੱਡਿਆ ਇਹਦਾ ਕੱਢ ਕੇ ਜਾਵਾਂਗੇ, ਆਪਦਾ ਗੱਡ ਕੇ ਜਾਵਾਂਗੇ। ਕਿੱਲਾ ਕੱਢ ਕੇ ਜਾਵਾਂਗੇ। ਹੁਣ ਇਹਦੀ ਧੌਣ 'ਚ ਜਿਹੜਾ ਕਿੱਲਾ ਫਸਿਆ ਨਾ ਉਹੀ ਕੱਢ ਕੇ ਜਾਵਾਂਗੇ। ਮੈਂ ਤੁਹਾਡੇ ਮੀਡੀਅਮ ਰਾਹੀਂ ਇੱਕ ਕਿਸਾਨ 31 ਜਥੇਬੰਦੀਆਂ ਤੇ ਹੁਣ ਪੰਜਾਬ ਦੀਆਂ, ਬਾਕੀ ਚਲੋ ਹੋਰ ਵੀ ਰਾਜਸਥਾਨ ਦੇ ਹੋਰ ਵੀ ਜਿਹੜੇ ਆਪਣੇ ਕਿਸਾਨ ਜਥੇਬੰਦੀਆਂ ਹਰਿਆਣੇ ਦੇ ਵੀ ਆ, ਇਹਨਾਂ ਸਾਰਿਆਂ ਨੂੰ ਇੱਕੋ ਹੀ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਵੀ ਹੁਣ ਜਿਹੜਾ ਗੱਲ ਠੋਕ ਵਜਾ ਕੇ ਰੱਖਿਆ ਕਰੋ। ਇਹ ਹੁਣ ਗਾੜੀ ਗੱਲ ਕਰਨੀ ਆ, ਇਹ ਅੱਗੇ ਜਾ ਕੇ ਤੁਹਾਂ ਹੀ ਕਰਨੀ ਆ। ਨਹੀਂ ਤੇ ਇੱਕ ਕਿਰਪਾ ਕਰੋ ਵੀ ਸਾਡਾ ਵੀ ਚਲੋ ਨੌਜਵਾਨਾਂ ਦਾ ਵੀ ਯੋਗਦਾਨ ਆ। ਸਾਡਾ ਵੀ ਦਿਲ ਕਰਦਾ ਵੀ ਚਲੋ ਇੱਕ ਸਾਡਾ ਮੈਂਬਰ ਵੀ ਲਿਆ ਜਾਵੇ, ਜਾਂ ਲੱਖਾ ਬਾਈ ਲਿਆ ਜਾਵੇ, ਜਾਂ ਦੀਪ ਸਿੱਧੂ ਨੂੰ ਲਿਆ ਜਾਵੇ, ਜਾਂ ਜੋਗਰਾਜ ਬਾਈ ਆ, ਜਾਂ ਕਮਲ ਗਰੇਵਾਲ ਆ। ਇਹਨਾਂ ਚੋਂ ਵੀ ਇੱਕ ਜਿਹੜਾ ਜਦੋਂ ਤੁਸੀਂ ਜਾਂਦੇ ਜੇ ਮੀਟਿੰਗ ਕਰਨ ਸਰਕਾਰ ਨਾਲ, ਸਾਡੀ ਇਹ ਆਪਣੇ ਮੇਰੇ ਨਿੱਜੀ ਸੁਝਾਅ ਵੀ ਇਹਨਾਂ ਦਾ ਵੀ ਇੱਕ ਨੁਮਾਇੰਦਾ ਸਾਡਾ ਜ਼ਰੂਰ ਲਿਆ ਜਾਵੇ। ਕਿਉਂਕਿ ਗੱਲ ਇਹਨਾਂ ਨੂੰ ਇਹ ਵੀ ਠੋਕ ਵਜਾ ਕੇ ਹੁਣ ਗੱਲ ਕਰਨੀ ਚਾਹੀਦੀ। ਇਹਦੀ ਧੌਣ ਤੇ ਗੋਡਾ ਰੱਖ ਕੇ, ਜਿਸ ਤਰ੍ਹਾਂ ਨਾਰਾ ਨਹੀਂ ਆ ਦੁੱਕੀ ਤਿੱਕੀ ਚੱਕ ਦਿਆਂਗੇ, ਧੌਣ ਤੇ ਗੋਡਾ ਰੱਖ ਦਿਆਂਗੇ। ਇਹਨਾਂ ਨੂੰ ਧੌਣ ਤੇ ਗੋਡਾ ਰੱਖ ਕੇ ਗੱਲ ਕਰਨੀ ਚਾਹੀਦੀ ਹੈ ਪੂਰੀ ਜੁਰਤ ਦੇ ਨਾਲ ਕਿਸਾਨ ਜਥੇਬੰਦੀਆਂ ਨੂੰ। ਅੱਛਾ, ਜਿੱਦਾਂ ਇਹਨਾਂ ਨੇ ਕਿਹਾ ਕਿ ਦੀਪ ਸਿੱਧੂ ਨੂੰ ਜਾਂ ਕਿਸੇ ਹੋਰ ਨੂੰ, ਨੌਜਵਾਨ ਆਗੂ ਨੂੰ ਵੀ ਨਾਲ ਉਹ ਜ਼ਰੂਰ ਲੈਣ, ਕਿਸਾਨ ਜਥੇਬੰਦੀਆਂ ਦੇ ਆਗੂ ਨੂੰ। ਤੁਸੀਂ ਆਖਿਆ ਸੀਗਾ ਪਹਿਲਾਂ ਕਿ ਮੈਨੂੰ ਕਿਸਾਨ ਜਥੇਬੰਦੀਆਂ ਦੇ ਉੱਪਰ ਪੂਰਾ ਭਰੋਸਾ ਹੈਗਾ, ਠੀਕ ਆ ਜੀ। ਕੀ ਤੁਸੀਂ ਵੀ ਚਾਹੁੰਦੇ ਆ ਕਿ ਉਹ ਇਹਨਾਂ ਨੂੰ ਨਾਲ ਲੈਣ? ਦੇਖੋ ਜੀ, ਸਾਡੇ ਵੱਲੋਂ ਨਾਲ ਲੈਣ ਨਾ ਲੈਣ ਸਾਨੂੰ ਕੋਈ ਦਿੱਕਤ ਨਹੀਂ। ਸਾਡਾ ਤਾਂ ਮਸਲਾ ਹੱਲ ਹੋਣਾ ਚਾਹੀਦਾ, ਸਾਡਾ ਤਾਂ ਮੁੱਦਾ ਹੱਲ ਹੋਣਾ ਚਾਹੀਦਾ। ਅਸੀਂ ਇੱਥੇ ਲੰਬੜਦਾਰੀਆਂ ਕਰਨ ਨਹੀਂ ਆਏ ਹੈਗੇ। ਸਾਨੂੰ ਇਹ ਨਹੀਂ ਹੈਗਾ ਵੀ ਦੀਪ ਸਿੱਧੂ ਨੂੰ ਇੱਥੇ ਕੋਈ, ਕਿਉਂਕਿ ਅਸੀਂ ਕੋਈ ਅਹੁਦੇ ਨਹੀਂ ਲੈਣੇ, ਕੋਈ ਉਹ ਨਹੀਂ ਕਰਨਾ ਹੈਗਾ। ਗੱਲ ਇਹ ਹੈ ਵੀ ਸਾਡਾ ਪਿੱਛੇ ਨੂੰ ਹੋ ਜਾ ਮੜਾ ਜਾ, ਗੱਲ ਇਹ ਹੈ ਵੀ ਸਾਡਾ ਮਸਲਾ ਹੱਲ ਹੋਣਾ ਚਾਹੀਦਾ। ਅਸੀਂ ਜੋ ਚੀਜ਼ਾਂ ਲੈ ਕੇ ਇੱਥੇ ਬੈਠੇ ਆ ਉਹ ਸਾਡਾ ਉਹ ਜਥੇਬੰਦੀਆਂ ਵਾਲੇ ਕਰ ਦੇਣ, ਉਹ ਬਾਈ ਦੀਪ ਸਿੱਧੂ ਕਰ ਦੇਵੇ, ਉਹ ਬਾਈ ਲੱਖਾ ਸਿਧਾਣਾ ਕਰ ਦੇਵੇ, ਉਹ ਇਹ ਕਰ ਦੇਵੇ, ਮੈਂ ਕਰ ਦੇਵੇ, ਕੋਈ ਵੀ ਕਰ ਦੇਵੇ, ਠੀਕ ਹੈ ਜੀ। ਗੱਲ ਤੇ ਉਹਨਾਂ ਨੇ ਕਰਨੀ ਆ, ਜਿਹੜੇ ਲੋਕ ਜਿਨ੍ਹਾਂ ਦੀ ਸਰਕਾਰ ਨਾਲ ਗੱਲਬਾਤ ਹੁੰਦੀ ਆ, ਮਸਲਾ ਤੇ ਉਹਨਾਂ ਨੇ ਹੱਲ ਕਰਨਾ ਨਾ, ਜੋ ਵੀ। ਬਿਲਕੁਲ, ਕਿਉਂਕਿ ਦੇਖੋ ਜੀ, ਚਾਹੇ ਤੁਸੀਂ ਹਥਿਆਰਬੰਦ ਲੜਾਈ ਲੈ ਲਓ, ਚਾਹੇ ਤੁਸੀਂ ਕੋਈ ਵੀ ਲੈ ਲਓ, ਠੀਕ ਹੈ ਜੀ। ਸਾਡੀ ਹੈਗੀ ਹੈ ਵਿਚਾਰਕ ਮਤਭੇਦ ਨੇ, ਸਾਡੇ ਵਿਚਾਰਾਂ ਦੀ ਲੜਾਈ ਹੈ, ਰਾਜਸੀ ਲੜਾਈ, ਇਹਨੂੰ ਪੋਲੀਟੀਕਲ ਆਪਾਂ ਵਾਰ ਕਹਿ ਸਕਦੇ ਹਾਂ, ਠੀਕ ਹੈ ਜੀ। ਤੇ ਉਹ ਗੱਲ ਇਹੀ ਹੈ ਵੀ ਹੁਣ ਹੋਣੀ ਤਾਂ ਉਹ ਕਿਤੇ ਨਾ ਕਿਤੇ ਟੇਬਲ ਤੇ ਜਾ ਕੇ ਐਂਡ ਆ, ਟੇਬਲ ਟਾਕ ਹੋਣੀ ਹੈ। ਤੇ ਸਾਡੀ ਅਪੀਲ ਜਥੇਬੰਦੀ ਵਾਲੀ ਨੂੰ ਇਹੀ ਹੈ, ਸਾਡੇ ਬਜ਼ੁਰਗ ਨੇ, ਸੀਨੀਅਰ ਨੇ, ਸਮਝਦਾਰ ਨੇ, ਅਸੀਂ ਉਹਨਾਂ ਦੇ ਨਾਲ ਆ, ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ। ਪਰ ਗੱਲ ਇਹ ਹੈ ਵੀ ਉਹ ਗੱਲ ਹੁਣ ਹੱਕ ਸੱਚ ਦੀ ਕਰਨ,
ਹੱਕ ਸੱਚ ਦੀ ਕਰਨ, ਜੋ ਪਹਿਲਾਂ ਕਰਦੇ ਆਏ ਨੇ ਜਾਂ ਕਿਸੇ ਕੋਈ ਪ੍ਰੈਸ਼ਰ ਪੈ ਗਿਆ ਜਾਂ ਕੋਈ ਚੀਜ਼ਾਂ, ਕਈ ਚੀਜ਼ਾਂ ਆਪਣੇ ਅਨੁਕੂਲ ਹੁੰਦੀਆਂ ਨੇ, ਕਈ ਚੀਜ਼ਾਂ ਨਹੀਂ ਹੁੰਦੀਆਂ ਹੈਗੀਆਂ। ਹੁਣ ਮੈਂ ਸਿੱਧੇ ਤੌਰ ਤੇ ਮੈਂ ਇਹ ਨਹੀਂ ਕਹੂੰਗਾ ਜਿਵੇਂ ਲੋਕ ਕਹਿ ਦਿੰਦੇ ਨੇ ਵੀ ਉਹ ਵਿਕ ਜਾਂਦੇ ਨੇ, ਉਹ ਐਂ ਹੋ ਜਾਂਦੇ ਨੇ, ਉਹ ਹੋ ਜਾਂਦੇ ਨੇ। ਆਪਾਂ ਪੋਜ਼ਿਟਿਵ ਵੇ ਸੋਚ ਕੇ ਚੱਲਾਂਗੇ, ਆਪਾਂ ਉਹਨਾਂ ਨੂੰ ਇਹੀ ਗੱਲ ਕਹਾਂਗੇ, ਕਿਉਂਕਿ ਦੇਖੋ ਜੀ ਜਦੋਂ ਤੁਸੀਂ ਕੋਈ ਗਲਤ ਡਿਸੀਜਨ ਲੈ ਲੈਂਦੇ ਹੋ ਨਾ ਤਾਂ ਆਵਾਮ ਦੇ ਵਿੱਚ ਬੜੀ ਨਾਮੋਸ਼ੀ ਛਾ ਜਾਂਦੀ ਆ ਫਿਰ, ਕਿਉਂਕਿ ਡਿਸੀਜਨ ਤਾਂ ਤੁਸੀਂ ਲੈ ਲਿਆ, ਤੁਸੀਂ ਆਪਣੇ ਘਰੇ ਚਲੇ ਗਏ, ਤਾਂ ਸਾਰੀ ਆਵਾਮ ਦੇ ਵਿੱਚ ਜਿਹੜੀ ਨਾਮੋਸ਼ੀ ਚਾਹੁੰਦੀ ਆ ਉਹ ਬਹੁਤ ਨੈਗੇਟਿਵ ਇਫੈਕਟ ਪਾਉਂਦੀ ਆ। ਉਹ ਕਹਿੰਦੇ ਨੇ ਵੀ ਯਾਰ ਇਹਨਾਂ ਤੋਂ ਕੁਝ ਨਹੀਂ ਹੋਣਾ ਹੈਗਾ, ਇਹ ਕਰਦੇ ਨਹੀਂ ਹੈਗੇ, ਐਂ ਨਹੀਂ ਕਰਦੇ, ਉਹ ਨਹੀਂ ਕਰਦੇ। ਹੁਣ ਜੇ ਇੱਕ ਅੰਦੋਲਨ ਚੱਲਿਆ ਏ, ਇੱਕ ਪ੍ਰੋਟੈਸਟ ਚੱਲਿਆ ਏ, ਇੱਕ ਲਹਿਰ ਚੱਲੀ ਆ, ਤਾਂ ਲਹਿਰ ਦੀ ਇੱਕ ਦਿਸ਼ਾ ਸਹੀ ਹੋਣੀ ਬਹੁਤ ਜ਼ਰੂਰੀ ਹੈ। ਠੀਕ ਹੈ ਜੀ, ਦਿਸ਼ਾ 'ਚ ਆਪਾਂ ਸਹੀ ਜਾ ਰਹੇ ਹਾਂ ਤਾਂ ਆਪਾਂ ਮੰਜ਼ਿਲ ਤੇ ਪਹੁੰਚਾਂਗੇ ਜੀ। ਸੋ ਤੁਸੀਂ ਦੇਖਿਆ ਸੁਣਿਆ, ਨੌਜਵਾਨਾਂ ਦੇ ਵਿਚਾਰ ਸੁਣੇ, ਪੂਰੀ ਗੰਭੀਰਤਾ ਦੇ ਨਾਲ ਉਹਨਾਂ ਨੇ ਗੱਲ ਕੀਤੀ ਹੈਗੀ ਆ। ਉਹਨਾਂ ਨੇ ਜਿਹੜੀ ਇੱਕ ਖਾਸ ਗੱਲ ਕੀਤੀ ਆ ਵੀ ਜਿਹੜਾ ਇਹ ਸੰਘਰਸ਼ ਚੱਲ ਰਿਹਾ ਹੈਗਾ ਬੜੀ ਵਧੀਆ ਲੀਹ ਤੇ ਜਾ ਰਿਹਾ ਹੈਗਾ। ਨੌਜਵਾਨਾਂ ਨੂੰ ਤੇ ਹੋਰ ਸਾਰਿਆਂ ਨੂੰ ਇਹਨਾਂ ਦਾ ਕਹਿਣਾ ਹੈਗਾ ਕਿ ਬਹੁਤ ਹੀ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੈਗੀ ਆ, ਕਿਉਂਕਿ ਸਰਕਾਰਾਂ ਕਈ ਵਾਰ ਚਾਹੁੰਦੀਆਂ ਨੇ ਕਿ ਕੁਝ ਲੋਕ ਮਾਹੌਲ ਖਰਾਬ ਕਰਨ ਤੇ ਸਾਨੂੰ ਇਹਨਾਂ ਨੂੰ ਖਦੇੜਨ ਦਾ ਮੌਕਾ ਮਿਲ ਜਾਵੇ। ਇਹਨਾਂ ਦਾ ਕਹਿਣਾ ਹੈਗਾ ਕਿ ਸਾਨੂੰ ਬੜੇ ਹੀ ਗੰਭੀਰ ਹੋ ਕੇ ਇਹ ਜਿਹੜਾ ਸੰਘਰਸ਼ ਹੈਗਾ ਇਹਨੂੰ ਨੇਪਰੇ ਚੜ੍ਹਨਾ ਪਊਗਾ।